ਤੁਸੀਂ ਮੇਰੇ ਮਗਰ ਦੇਖ ਰਹੇ ਹੋਣੇ ਬਹੁਤ ਵੱਡਾ ਇੱਕ ਵਿਸ਼ਾਲ ਇਕੱਠ ਹੈ ਤੇ ਗੱਡੀਆਂ ਦਾ ਕਾਫਲਾ, ਬਹੁਤ ਹੀ ਜ਼ਿਆਦਾ ਗੱਡੀਆਂ ਦਾ ਕਾਫਲਾ ਇੱਥੇ ਹੁਣ ਪਤਾ ਲੱਗ ਰਿਹਾ ਹੈ ਕਿ ਖਾਲਿਸਤਾਨੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਮੌਜੂਦ ਨੇ। ਦੱਸਣਾ ਚਾਹੁੰਦਾ ਹੈ, ਦਰਸਾਉਣਾ ਚਾਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਆਜ਼ਾਦ ਚਾਹੁੰਦੇ ਹਾਂ। ਨਿਊਜ਼ੀਲੈਂਡ ਦੇ ਵਿੱਚ ਸਿੱਖ ਕੌਮ ਨੇ, ਖਾਲਿਸਤਾਨੀ ਸਾਡੇ ਭਰਾਵਾਂ ਨੇ ਅੱਜ ਇਤਿਹਾਸ ਜਿਹੜਾ ਵਾ ਉਹ ਸਿਰਜ ਦਿੱਤਾ। ਕੈਨੇਡਾ ਦਾ ਡਿਪਲੋਮੈਟ 6 ਡਿਪਲੋਮੈਟ ਕੱਢੇ ਨੇ ਤੇ ਅਗਲਾ ਨੰਬਰ ਆ ਨਿਊਜ਼ੀਲੈਂਡ ਵਾਲੇ ਡਿਪਲੋਮੈਟ ਦਾ ਹੋਣਾ ਹੈ। ਜੇਕਰ ਕਿਸੇ ਵੀ ਸਿੱਖ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਜੇ ਕਿਸੇ ਵੀ ਸਿੱਖ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਜੇ ਹਿੰਦੁਸਤਾਨ ਦੇ ਐਮਬੈਸਡਰਾਂ ਦੇ ਵਿੱਚ ਸਰਕਾਰ 'ਚ ਦਮ ਹੈ, ਇੱਥੇ ਟੇਬਲ ਲਾਉਣ ਸਾਡੇ ਬਰਾਬਰ, ਅਵੈਸੀ ਦੇ ਬਾਅਦ ਟੇਬਲ ਲਾਉਣ। ਤੁਸੀਂ ਮੇਰੇ ਮਗਰ ਦੇਖ ਰਹੇ ਹੋਣੇ ਬਹੁਤ ਵੱਡਾ ਇੱਕ ਵਿਸ਼ਾਲ ਇਕੱਠ ਹੈ ਤੇ ਗੱਡੀਆਂ ਦਾ ਕਾਫਲਾ, ਬਹੁਤ ਹੀ ਜ਼ਿਆਦਾ ਗੱਡੀਆਂ ਦਾ ਕਾਫਲਾ ਇੱਥੇ ਵੱਡੀ ਮਾਤਰਾ ਦੇ ਵਿੱਚ, ਭਾਰੂ ਮਾਤਰਾ ਦੇ ਵਿੱਚ ਪਹੁੰਚ ਚੁੱਕੀਆਂ ਨੇ। ਹੁਣ ਪਤਾ ਲੱਗ ਰਿਹਾ ਹੈ ਕਿ ਖਾਲਿਸਤਾਨੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਮੌਜੂਦ ਨੇ। ਜਦੋਂ ਵੀ ਕਿਤੇ ਹਾਂ ਦਾ ਨਾਰਾ ਮਾਰਨਾ ਹੋਵੇ, ਉਹ ਅੱਗੇ ਹੋ ਕੇ ਜ਼ਰੂਰ ਵਿਚਰਦੇ ਨੇ। ਤੁਸੀਂ ਇੱਥੇ ਦੇਖੋਗੇ ਕਿ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਤੋਂ ਲੈ ਕੇ ਹਰ ਵਰਗ ਇੱਥੇ ਇਕੱਠਾ ਹੋਇਆ, ਜੋ ਦੱਸਣਾ ਚਾਹੁੰਦਾ ਹੈ, ਦਰਸਾਉਣਾ ਚਾਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਆਜ਼ਾਦ ਚਾਹੁੰਦੇ ਹਾਂ। ਅੱਜ ਤੁਸੀਂ ਦੇਖ ਰਹੇ ਜੇ ਕਿ ਓਕਲੈਂਡ ਦੇ ਵਿੱਚ ਜਿਹੜੀ ਪਹਿਲੀ ਰੈਲੀ ਖਾਲਿਸਤਾਨ ਦੀ ਨਿਕਲ ਰਹੀ ਆ, ਤੁਸੀਂ ਦੇਖ ਰਹੇ ਜੇ ਇਹ ਸਮਰਪਿਤ ਹੈਗੀ ਆ 1984 ਜੈਨੋਸਾਈਡ। ਅੱਜ ਓਕਲੈਂਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸਿੱਖ ਕੌਮ ਨੇ, ਖਾਲਿਸਤਾਨੀ ਸਾਡੇ ਭਰਾਵਾਂ ਨੇ ਅੱਜ ਇਤਿਹਾਸ ਜਿਹੜਾ ਵਾ ਉਹ ਸਿਰਜ ਦਿੱਤਾ। ਕੈਨੇਡਾ ਦਾ ਡਿਪਲੋਮੈਟ 6 ਡਿਪਲੋਮੈਟ ਕੱਢੇ ਨੇ ਤੇ ਅਗਲਾ ਨੰਬਰ ਆ ਨਿਊਜ਼ੀਲੈਂਡ ਵਾਲੇ ਡਿਪਲੋਮੈਟ ਦਾ ਹੋਣਾ ਹੈ। ਜੇਕਰ ਕਿਸੇ ਵੀ ਸਿੱਖ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਜੇ ਕਿਸੇ ਵੀ ਸਿੱਖ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਸੰਜੇ ਵਰਮਾ ਤਾਂ ਲੁੱਕ ਕੇ ਨਿਕਲ ਗਿਆ, ਪਰ ਇਹਨੂੰ ਨਹੀਂ ਲੁੱਕ ਕੇ ਜਾਣ ਦਿੰਦੇ। ਜੇ ਹਿੰਦੁਸਤਾਨ ਦੇ ਐਮਬੈਸਡਰਾਂ ਦੇ ਵਿੱਚ ਸਰਕਾਰ 'ਚ ਦਮ ਹੈ, ਇੱਥੇ ਟੇਬਲ ਲਾਉਣ ਸਾਡੇ ਬਰਾਬਰ, ਅਵੈਸੀ ਦੇ ਬਾਅਦ ਟੇਬਲ ਲਾਉਣ ਤੇ ਰੱਖਣਾ ਉੱਪਰ ਲਿਖਿਆ ਹੋਵੇ ਖਾਲਿਸਤਾਨ ਦੇ ਖਿਲਾਫ ਨਾ 'ਚ ਵੋਟਾਂ ਪਾਓ। ਅਸੀਂ ਨਹੀਂ ਟੇਬਲ ਹਿਲਾਉਣ ਦਿਆਂਗੇ ਕਿਸੇ ਨੂੰ। ਅਸੀਂ ਸਿੱਖਾਂ ਨੂੰ ਕਵਾਂਗੇ ਕਿ ਟੇਬਲ ਲੱਗਾ ਰਹਿਣ ਦਿਓ, ਪਰ ਦਮ ਰੱਖਣਾ ਇੱਥੇ ਟੇਬਲ ਲਾ ਕੇ ਐਮਬੈਸਡਰ ਕਵੇ ਲੋਕਾਂ ਨੂੰ ਕਿ ਨਾ ਦੇ ਵਿੱਚ ਵੋਟਾਂ ਪਾਓ, ਤੇ ਅਸੀਂ ਪ੍ਰਚਾਰ ਕਰਾਂਗੇ ਹਾਂ ਦੇ ਵਿੱਚ ਵੋਟ ਪਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ 19 ਅਕਤੂਬਰ ਹੈ ਤੇ ਆਕਲੈਂਡ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ। 17 ਨਵੰਬਰ ਨੂੰ ਆਕਲੈਂਡ ਦੇ ਵਿੱਚ ਚੋਣਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ। ਤੇ ਤੁਸੀਂ ਮੇਰੇ ਮਗਰ ਦੇਖ ਰਹੇ ਹੋਣੇ ਬਹੁਤ ਵੱਡਾ ਇੱਕ ਵਿਸ਼ਾਲ ਇਕੱਠ ਹੈ ਤੇ ਗੱਡੀਆਂ ਦਾ ਕਾਫਲਾ, ਬਹੁਤ ਹੀ ਜ਼ਿਆਦਾ ਗੱਡੀਆਂ ਦਾ ਕਾਫਲਾ ਇੱਥੇ ਵੱਡੀ ਮਾਤਰਾ ਦੇ ਵਿੱਚ, ਭਾਰੂ ਮਾਤਰਾ ਦੇ ਵਿੱਚ ਪਹੁੰਚ ਚੁੱਕੀਆਂ ਨੇ। ਇਹ ਇੱਕ ਮੈਸੇਜ ਦਿੰਦਾ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਪੱਖੀ ਲੋਕ ਨਹੀਂ ਗਏ, ਸਿਰਫ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੀ ਖਾਲਿਸਤਾਨ ਪੱਖੀ ਲੋਕ ਨੇ। ਅੱਜ ਪਰ ਤੁਸੀਂ ਦੇਖ ਸਕਦੇ ਹੋ ਜਿੱਡਾ ਵੱਡਾ ਕਾਫਲਾ ਇੱਥੇ ਇੱਕ ਛੋਟੇ ਜਿਹੇ ਦੇਸ਼ ਦੇ ਵਿੱਚ, ਜਿਸ ਦੀ ਤਕਰੀਬਨ 55 ਲੱਖ ਵਸੋਂ ਹੈ, ਜਿਸ ਦੇ ਵਿੱਚ 53 ਤੋਂ ਲੈ ਕੇ 60,000 ਸਿਰਫ ਸਿੱਖ ਹੈ। ਇੱਕ ਛੋਟੇ ਦੇਸ਼ ਦੇ ਵਿੱਚ, ਛੋਟੇ ਮੁਲਕ ਦੇ ਵਿੱਚ ਖਾਲਿਸਤਾਨ ਦੀ ਲਹਿਰ ਇੱਕ ਵੱਡੇ ਪੱਧਰ ਤੇ ਪ੍ਰਚਲਿਤ ਹੋ ਰਹੀ ਹੈ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਖਾਲਿਸਤਾਨੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਮੌਜੂਦ ਨੇ। ਜਦੋਂ ਵੀ ਕਿਤੇ ਹਾਂ ਦਾ ਨਾਰਾ ਮਾਰਨਾ ਹੋਵੇ, ਉਹ ਅੱਗੇ ਹੋ ਕੇ ਜ਼ਰੂਰ ਵਿਚਰਦੇ ਨੇ। ਅਸੀਂ ਇਸ ਵਕਤ ਬਰੂਸ ਪਲਮਰ ਪਾਰਕ, ਟਾਕਾਨੀਨੀ, ਆਕਲੈਂਡ ਦੇ ਵਿੱਚ ਮੌਜੂਦ ਹਾਂ। ਇੱਥੋਂ ਰੈਲੀ ਸਟਾਰਟ ਹੋ ਕੇ 145 ਨਿਊ ਨਾਰਥ ਰੋਡ ਤੱਕ ਜਾਣੀ ਹੈ, ਜੋ ਤਕਰੀਬਨ 30 ਕਿਲੋਮੀਟਰ ਦਾ ਰਸਤਾ ਹੈ। ਤੁਸੀਂ ਇੱਥੇ ਦੇਖੋਗੇ ਕਿ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਤੋਂ ਲੈ ਕੇ ਹਰ ਵਰਗ ਇੱਥੇ ਇਕੱਠਾ ਹੋਇਆ, ਜੋ ਦੱਸਣਾ ਚਾਹੁੰਦਾ ਹੈ, ਦਰਸਾਉਣਾ ਚਾਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਆਜ਼ਾਦ ਚਾਹੁੰਦੇ ਹਾਂ। ਇਸੇ ਦੇ ਸੰਬੰਧ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਇੱਥੇ, ਬਾਬਾ ਜੈਕ ਸਿੰਘ, ਭਾਈ ਅਵਤਾਰ ਸਿੰਘ ਪੰਨੂ ਤੇ ਹੋਰ ਲੋਕਲ ਜਿਹੜੇ ਇੱਥੋਂ ਦੇ ਸਿੱਖ ਕਾਰਕੁਨ ਨੇ, ਉਹਨਾਂ ਨੇ ਸਾਨੂੰ ਇਸ ਬਾਬਤ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਕਿਵੇਂ ਵੱਧ ਚੜ ਕੇ ਲੋਕ ਆਪ ਆ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਪਾ ਰਹੇ ਨੇ ਤੇ ਬਹੁਤ ਹੀ ਉਤਸ਼ਾਹਿਤ ਨੇ, ਕਿਉਂਕਿ ਪਹਿਲਾਂ 7 ਦੇਸ਼ਾਂ ਦੇ ਵਿੱਚ ਇਹ ਚੋਣਾਂ ਹੋ ਚੁੱਕੀਆਂ ਨੇ ਤੇ ਹੁਣ 8ਵਾਂ ਦੇਸ਼ ਨਿਊਜ਼ੀਲੈਂਡ ਹੈ, ਜਿਸ ਦੇ ਵਿੱਚ ਅਸੀਂ ਸਿੱਖ ਆਪਣੀ ਇਹ ਗੱਲ ਰੱਖਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ। ਇਹ ਰੈਲੀ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਜੋ 1984 ਤੇ 1984 ਤੋਂ ਬਾਅਦ ਜਿਹੜਾ ਇੱਕ ਭਾਰਤ ਦੇ ਵਿੱਚ ਇੱਕ ਜੈਨੋਸਾਈਡ ਹੋਇਆ, ਇੱਕ ਨਸਲਕੁਸ਼ੀ ਹੋਈ ਹੈ ਸਿੱਖਾਂ ਦੀ, ਜਿਹਦੇ ਵਿੱਚ ਸਾਡੀਆਂ ਮਾਵਾਂ, ਭੈਣਾਂ ਤੇ ਬਜ਼ੁਰਗ ਤੇ ਬੱਚੇ ਤੇ ਨੌਜਵਾਨੀ ਦਾ ਘਾਣ ਹੋਇਆ। ਪੰਜਾਬ ਦੇ ਵਿੱਚ 1984 ਤੋਂ ਲੈ ਕੇ 1995 ਤੱਕ ਇੱਕ ਵੱਡਾ ਦੌਰ ਇਦਾਂ ਦਾ ਲੰਘਿਆ, ਜਿਹਦੇ ਵਿੱਚ ਅਣਪਛਾਤੇ ਕਹਿ ਕੇ ਝੂਠੇ ਮੁਕਾਬਲੇ ਕਰਕੇ ਨੌਜਵਾਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਸਾਹਿਬ ਨੇ ਵੀ ਆਵਾਜ਼ ਚੁੱਕੀ ਸੀਗੀ ਹਿਊਮਨ ਰਾਈਟ ਕਮਿਸ਼ਨ ਦੇ ਅਧੀਨ। ਉਹਨਾਂ ਨੇ ਖਾਲੜਾ ਕਮਿਸ਼ਨ ਦੇ ਅਧੀਨ 25,000 ਜੋ ਅਣਪਛਾਤੀਆਂ ਲਾਸ਼ਾਂ
ਜੋ ਵੱਖ-ਵੱਖ ਸ਼ਮਸ਼ਾਨਾਂ ਘਾਟਾਂ ਦੇ ਵਿੱਚ ਅਣਪਛਾਤੇ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਹੋਇਆ ਇਹ ਕਿ ਜਸਵੰਤ ਸਿੰਘ ਖਾਲੜਾ ਨੂੰ ਵੀ ਉਸੇ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ ਸੀ। ਜ਼ਾਲਮ ਹੁਕਮਰਾਨ ਇਹ ਸਮਝਦਾ ਹੈ ਕਿ ਇਹ ਸਿੱਖ ਜੇ ਅਸੀਂ ਇਹਨਾਂ ਨੂੰ ਖਤਮ ਕਰਾਂਗੇ ਤੇ ਇਹ ਖਤਮ ਹੋ ਜਾਣਗੇ, ਪਰ ਉਹਨਾਂ ਨੂੰ ਸ਼ਾਇਦ ਸਾਡੇ ਇਤਿਹਾਸ ਦਾ ਨਹੀਂ ਪਤਾ, ਕਿਉਂਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿੰਨਾ ਸਾਡੇ ਤੇ ਜ਼ੁਲਮ ਕਰੋਗੇ ਅਸੀਂ ਉਹਨਾਂ ਉੱਠ ਕੇ ਤੁਹਾਡੇ ਅੱਗੇ ਖਲੋਵਾਂਗੇ, ਅਸੀਂ ਸ਼ਹੀਦ ਹੋਵਾਂਗੇ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਤੁਹਾਡੇ ਅੱਗੇ ਉੱਠ ਖਲੋਣਗੀਆਂ। ਸੋ ਸਿੱਖ ਨਾ ਕਦੇ ਡਰਿਆ, ਨਾ ਕਦੇ ਘਬਰਿਆ ਤੇ ਨਾ ਹੀ ਕਦੇ ਘਬਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਕਾਰ ਰੈਲੀ ਆਕਲੈਂਡ ਦੇ ਵਿੱਚ ਹੋ ਰਹੀ ਹੈ ਜੀ, ਜਿੰਨੇ ਨੌਜਵਾਨ ਪਹੁੰਚੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਰੇ ਵੱਧ ਚੜ ਕੇ ਜੋ ਵੀ ਆਪਣੇ ਵਿੰਗਸ ਹੁੰਦੇ ਆ ਨਾ, ਜਿਵੇਂ ਮਿਸਲਾਂ ਪਹਿਲਾਂ ਵਰਕ ਕਰਦੀਆਂ ਸੀ, ਆਪਾਂ ਸਾਰਿਆਂ ਨੂੰ ਇੱਕਾ ਕਰਕੇ ਚੱਲਣਾ ਚਾਹੀਦਾ। ਭਾਵੇਂ ਕਿ ਛੋਟੇ ਲੈਵਲ ਤੇ ਜਥੇਬੰਦੀਆਂ ਹੁੰਦੀਆਂ ਜਾਂ ਰਜਿਸਟਰ ਹੋਣ ਜਾਂ ਅਨਰਜਿਸਟਰ ਹੋਣ ਨਾ, 5-5 ਬੰਦਿਆਂ ਦੇ ਗਰੁੱਪ ਹੁੰਦੇ ਆ, ਜੇ ਉਹ ਆਪਾਂ ਸਾਰੇ ਆਪਸ ਵਿੱਚ ਇੱਕਾ ਰੱਖਾਂਗੇ। ਧਰਮ ਦਾ ਆਪਣਾ ਮਾਰਗ ਹੁੰਦਾ, ਪੋਲੀਟੀਕਲੀ ਆਪਣਾ ਵਿੰਗ ਹੁੰਦਾ ਹਨਾ, ਮੀਡੀਆ ਦਾ ਆਪਣਾ ਵਿੰਗ ਹੁੰਦਾ। ਇਸ ਕਰਕੇ ਜੋ ਸੱਚੇ ਲੋਕ ਨੇ ਅਸੀਂ ਉਹਨਾਂ ਨੂੰ ਅੱਗੇ ਆਉਣ ਲਈ ਅਪੀਲ ਕਰਦੇ ਹਾਂ, ਸਾਰੀ ਦੁਨੀਆ ਦੇ ਵਿੱਚ ਹੀ, ਨਾ ਇਕੱਲੇ ਪੰਜਾਬ 'ਚ ਨਾ ਇਕੱਲੇ ਨਿਊਜ਼ੀਲੈਂਡ 'ਚ, ਸਾਰੇ ਸੱਚੇ ਲੋਕਾਂ ਦਾ ਧੜਾ ਜੇ ਇੱਕ ਇਕੱਠਾ ਹੋਊਗਾ, ਉਹ ਮਿਸਲਾਂ ਦੀ ਤਰ੍ਹਾਂ ਜੇ ਇਕੱਠੇ ਹੋਣਗੇ ਨਾ, ਤਾਂ ਉਹ ਫਿਰ ਇੱਕ ਜਿਵੇਂ 5 ਮੁੱਠੀਆਂ ਇਕੱਠੀਆਂ ਹੋ ਕੇ ਘੁਸੁੰਨ ਬਣਦਾ। ਫਿਰ ਉਹ ਭਾਵੇਂ ਹਿੰਦੁਸਤਾਨ ਦੀ ਸਰਕਾਰ ਹੋਵੇ, ਭਾਵੇਂ ਕੋਈ ਵੀ ਹੋਵੇ। ਮੁਗਲ ਸਲਤਨਤ ਨਾਲ ਵੀ ਮਹਾਰਾਜ ਨੇ ਮੱਥਾ ਲਾਇਆ, ਫੌਜਾਂ ਨੇ ਮੱਥਾ ਲਾਇਆ ਹਨਾ, ਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਵਰਕ ਕਰਨਾ ਚਾਹੀਦਾ। ਅਸੀਂ ਚੜ੍ਹਦੀ ਕਲਾ ਦੀ ਅਰਦਾਸ ਇਹਨਾਂ ਲਈ ਇੱਥੇ ਕਰਾਂਗੇ, ਚਾਲਾ ਮਾਰਨਗੇ। ਅਸੀਂ पंथ के मार्ग पे चलते हैं, एक पॉलिटिकल। अस्सलाम वालेकुम गाइस। तो जैसा कि आपने देखा कि भारत जो है उसमें काफ़ी मूवमेंट्स चल रही हैं, जो खालिस्तान को ले लें, नागालैंड को ले लें, कश्मीर को ले लें, और उसके बाद जो है असम को ले लें। ये सारी वो रियासतें हैं जो आज़ाद होना चाहती हैं। काबज़ होकर बैठा हुआ है भारत और आवाज़ उठाता है जी दूसरे कंट्रीज़ के मामले में, दूसरे कंट्री के जो इंटरफेयर करता है। और आपने जैसा कि देखा कि जो सिख हैं वो चाहते हैं खालिस्तान बनाना, और भाई खालिस्तान बनना भी चाहिए, क्योंकि एक आपका मज़हब अलग है, वो सिख कम्युनिटी है, उनका मज़हब अलग है, तो क्यों ना सिखों का भी एक मुल्क होना चाहिए। तो अगर वो डिमांड करते हैं तो भारत इतने इस तरह से काबिज़ नहीं होना चाहिए, और हर तरह से आवाज़ उठाई जा रही है। एंड आप देखना बरतानिया में, कनाडा में, और रेफरेंडम करवाया गया न्यूजीलैंड में, जिसमें 37,000 से ज़्यादा, मतलब 50,000 के करीब लोगों ने जो है वो अपना हक जो है वो किया है, जमा करवाया है, अपना वोट दिया है कि भाई खालिस्तान मूवमेंट जो है उसको उठाया जाए और खालिस्तान बनाना चाहिए, बनना भी चाहिए। तो अगर इतनी ज़्यादा तादाद में सिख चाहते हैं तो भारत इससे दस्तबरदार होके खालिस्तान जो है उसको उनको वापस करना चाहिए। जो काबिज़ होके बैठा हुआ है, कश्मीरियों को कश्मीर वापस देना चाहिए, और नागालैंड और असम जैसी जो रियासतें हैं वो भी चाहती हैं कि वो अलग हो जाएं, और उनका भी अगर देखा जाए तो वो भी चाइना और इस तरह के लोग हैं, उस तरह कल्चर के लोग हैं, और लेकिन भारत जो है वो काबिज़ होकर बैठा हुआ है। तो आप क्या कहते हैं, कमेंट बॉक्स में अपनी राय का इजहार ज़रूर कीजिएगा। वीडियो अच्छी लगी है लाइक करें, शेयर करें, चैनल पे पहली बार है चैनल को सब्सक्राइब करें। नेक्स्ट वीडियो मिलते हैं, इजाज़त दीजिए, अल्लाह हाफिज़।